वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी ਸਵੇਰ ਦੀ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਲੜੀਵਾਰ ਸ਼੍ਰੀ ਗੁਰੂ ਨਾਨਕ ਚਮਤਕਾਰ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਪਾਵਨ ਸਾਖੀਆਂ ਜਿਨ੍ਹਾਂ ਦੇ ਵਿੱਚ ਉਪਦੇਸ਼ ਹੈ ਜੋ ਸਾਨੂੰ ਆਪਣੇ ਜੀਵਨ ਨੂੰ ਸਮਝਣ ਦੇ ਲਈ ਕਾਫੀ ਸਹਾਈ ਹੈ। ਉਹ ਉਪਦੇਸ਼ ਆਪ ਜੀ ਸਰਵਣ ਕਰ ਰਹੇ ਹੋ। ਆਪ ਜੀ ਨੇ ਸਰਵਣ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਤੋਂ ਕੁਰੂਕਸ਼ੇਤਰ ਦੀ ਧਰਤੀ ਤੇ ਗਏ। ਸਤਿਗੁਰਾਂ ਦੀ ਨਾਨੂ ਪੰਡਤ ਦੇ ਨਾਲ ਵਿਚਾਰ ਚਰਚਾ ਹੋਈ ਹੈ। ਇੱਥੋਂ ਸਤਿਗੁਰੂ ਜੀ ਹੁਣ ਚੱਲਦੇ ਹੋਏ ਪਾਣੀਪਤ ਵੱਲ ਨੂੰ ਨਿਕਲਦੇ ਆ, ਪਾਣੀਪਤ ਪਹੁੰਚਦੇ ਆ। ਇਹ ਸਾਖੀ ਅੱਗੇ ਆਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਇੱਕ ਸਾਖੀ ਹੈ ਜੋ ਇੱਕ ਗੀਤ ਦੇ ਤੌਰ ਤੇ ਭਾਈ ਵੀਰ ਸਿੰਘ ਨੇ ਲਿਖੀ ਹੈ। ਰਾਜੇ ਸ਼ਿਵਨਾਭ ਤੇ ਮਨਸੁਖ ਦੀ ਆਪਸ ਦੇ ਵਿੱਚ ਚਰਚਾ। ਇਹ ਆਪਾਂ ਸਾਧ ਸੰਗਤ ਉਦੋਂ ਵਿਚਾਰਾਂਗੇ ਜਦੋਂ ਭਾਈ ਰਾਜੇ ਸ਼ਿਵਨਾਭ ਅਤੇ ਮਨਸੁਖ ਦਾ ਜੋ ਪ੍ਰਸੰਗ ਆਵੇਗਾ, ਸਾਖੀ ਆਏਗੀ, ਉਦੋਂ ਆਪਾਂ ਇਹ ਸਾਰੀ ਇਕੱਠੀ ਵਿਚਾਰਾਂਗੇ। ਸੋ ਅੱਜ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਾਣੀਪਤ ਵੱਲ ਨੂੰ ਜਾਂਦੇ ਆ, ਉਹ ਸਾਖੀ ਆ ਰਹੀ ਹੈ, ਉਹ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। ਗੁਰੂ ਨਾਨਕ ਸਾਹਿਬ ਅਨੇਕਾਂ ਦਾ ਉਧਾਰ ਕਰਦੇ ਹੋਏ ਕੁਰੂਕਸ਼ੇਤਰ ਤੋਂ ਚੱਲੇ ਆ। ਤਿਹਾੜ ਨੂੰ ਮਹਾਰਾਜ ਨੇ ਚਾਲੇ ਪਾਏ ਆ ਤੇ ਪਾਣੀਪਤ ਆ ਨਿਕਲੇ। ਸ਼ਹਿਰ ਦੇ ਬਾਹਰ ਇੱਕ ਖੂਹ ਤੇ ਸਤਿਗੁਰਾਂ ਨੇ ਟਿਕਾਣਾ ਕੀਤਾ। ਥੋੜੇ ਚਿਰ ਮਗਰੋਂ ਇੱਕ ਫਕੀਰ ਦਾ ਚੇਲਾ ਇੱਥੇ ਪਾਣੀ ਭਰਨ ਵਾਸਤੇ ਆ ਗਿਆ। ਇਸ ਦੀਨ ਦੇ ਮੁਤਲਾਸ਼ੀ ਦਾ ਨਾਮ ਸ਼ੇਖ ਤਿਹਾਰ ਸੀ। ਸ਼ੇਖ ਤਾਹਰ, ਵਾਹਿਗੁਰੂ, ਇਹਦਾ ਨਾਮ ਸੀ ਸ਼ੇਖ ਤਾਹਰ। ਤੇ ਇਹਦਾ ਪ੍ਰਸਿੱਧ ਨਾਮ ਆਮ ਕਰਕੇ ਜਨਤਾ ਵਿੱਚ ਲੋਕ ਇਹਨੂੰ ਸ਼ੇਖ ਟਟੀਰੀ ਕਿਹਾ ਕਰਦੇ ਸਨ। ਸ਼ੇਖ ਟਟੀਰੀ ਕਰਕੇ ਇਹ ਬੜਾ ਪ੍ਰਸਿੱਧ ਸੀ। ਜਦੋਂ ਇਹਨੇ ਗੁਰੂ ਨਾਨਕ ਸਾਹਿਬ ਤੇ ਮਰਦਾਨੇ ਨੂੰ ਵੇਖਿਆ ਹੈ ਤੇ ਦਰਵੇਸ਼ ਜਾਣ ਕੇ ਇਹਨੇ ਦਰਸ਼ਨਾਂ ਲਈ ਨੈਣ ਚੰਗੀ ਤਰ੍ਹਾਂ ਜੋੜ ਕੇ ਟੱਕ ਲਾ ਲਈ। ਲਿਬਾਸ ਫਕੀਰੀ ਸੀ ਤੇ ਥੋਹ ਪੈਂਦੀ ਸੀ ਕਿ ਕੋਈ ਅੱਲਾ ਦੇ ਫਕੀਰ ਹੋਣਗੇ, ਸਾਈਂ ਦੇ ਰੱਬ ਦੇ ਬੰਦੇ ਆ ਤੇ ਮੱਥੇ ਦੀ ਬੜੀ ਦਮਕ ਰੰਬੀ ਹੈ। ਤਾਂ ਇਹਨੇ ਝੁਕ ਕੇ ਸਲਾਮ ਕੀਤੀ ਹੈ। ਜਿਹੜਾ ਸ਼ੇਖ ਟਟੀਰੀ ਸੀ ਇਹਨੇ ਝੁਕ ਕੇ ਮਹਾਰਾਜ ਨੂੰ, ਗੁਰੂ ਨਾਨਕ ਸਾਹਿਬ ਨੂੰ ਸਲਾਮ ਕੀਤੀ ਹੈ ਤੇ ਕਿਹਾ ਹੈ ਕਿ ਇਹ ਦਰਵੇਸ਼ ਅੱਲਾ ਦੇ ਸਲਾਮ ਵਾਲੇਕੁਮ ਕਹਿੰਦੇ ਆ ਨਾ, ਜਿਵੇਂ ਮੁਸਲਮਾਨ ਸਲਾਮ ਵਾਲੇਕੁਮ। ਤੇ ਗੁਰੂ ਜੀ ਨੇ ਉਸ ਵੱਲ ਨਜ਼ਰ ਭਰ ਕੇ ਤੱਕਿਆ ਤੇ ਸਤਿਗੁਰਾਂ ਨੇ ਆਖਿਆ, ਅਲੇਖ ਕੋ ਸਲਾਮ ਹੋ ਪੀਰ ਕੇ ਦਸਤ ਪੇਸ਼। ਇਹ ਸ਼ਬਦ ਮਹਾਰਾਜ ਨੇ ਵਰਤੇ, ਅਲੇਖ ਕੋ ਸਲਾਮ ਹੋ ਪੀਰ ਕੇ ਦਸਤ ਪੇਸ਼। ਹੁਣ ਜਿਹੜਾ ਸ਼ੇਖ ਤਾਹਰ ਸੀ ਉਹ ਸੁਣ ਕੇ ਹੈਰਾਨ ਹੋ ਗਿਆ ਕਿ ਇਹ ਕੀ ਗੱਲ ਹੋਈ। ਮੇਰੀ ਸਲਾਮ ਦਾ ਜਵਾਬ ਏਦਾਂ ਨਹੀਂ ਸੀ ਹੋਣਾ ਚਾਹੀਦਾ। ਮੇਰੀ ਸਲਾਮ ਦਾ ਜਵਾਬ ਹੋਣਾ ਚਾਹੀਦਾ ਸੀ ਵਾਲੇਕਮ ਸਲਾਮ। ਤੇ ਇਸ ਫਕੀਰ ਨੇ ਆਖਿਆ ਕਿ ਅਲੇਖ ਨੂੰ ਸਲਾਮ ਹੈ, ਕਿ ਤੇਰਾ ਜਵਾਬ ਮੈਂ ਨਹੀਂ ਦਿੰਦਾ, ਮੈਂ ਆਪਣੇ ਰੱਬ ਤੋਂ ਬੇਗੂਨ ਹੈ ਤਸਲੀਮ ਕਰਦਾ ਹਾਂ। ਇਹਦਾ ਮਤਲਬ ਤੇ ਇਹ ਬਣਿਆ। ਤੇ ਜਾਂ ਖਬਰੇ ਦਾ ਮਤਲਬ ਉਹਨੇ ਸੋਚਿਆ ਕਿ ਇਹ ਹੋਵੇਗਾ ਕਿ ਸਲਾਮਤੀ ਨਾ ਤੈਨੂੰ ਹੈ ਨਾ ਮੈਨੂੰ ਹੈ, ਸਦਾ ਸਲਾਮਤ ਅਲੇਖ ਹੈ, ਰੱਬ ਹੈ। ਤੇ ਨਹੀਂ ਕਿ ਗੱਲਾਂ ਤੇ ਚਲੋ ਦੋਵੇਂ ਚੰਗੀਆਂ, ਮਾੜੀ ਗੱਲ ਨਹੀਂ ਹੈ ਜੋ ਸਲਾਮ ਚ ਕਿਹਾ ਹੈ ਗੁਰੂ ਨਾਨਕ ਸਾਹਿਬ ਨੇ। ਉਹਨੇ ਕਿਹਾ ਗੱਲਾਂ ਤੇ ਦੋਵੇਂ ਚੰਗੀਆਂ ਪਰ ਸ਼ਰ੍ਹਾ ਦੀ ਤਰੀਕੇ ਨਾਲ ਨਹੀਂ ਹੈ, ਸ਼ਰ੍ਹਾ ਦੇ ਵਿਰੁੱਧ ਹੈ। ਜਿਵੇਂ ਆਪਣੀ ਰਹਿਤ ਮਰਿਆਦਾ ਸਾਧ ਸੰਗਤ ਹੁੰਦੀ ਹੈ ਨਾ, ਇਸੇ ਪਰ ਕਰਕੇ ਇਸਲਾਮ ਦੇ ਵਿੱਚ ਸ਼ਰ੍ਹਾ ਕਿਹਾ ਜਾਂਦਾ ਹੈ। ਇਹਨਾਂ ਦੀ ਜਿਹੜੀ ਮਰਿਆਦਾ ਹੁੰਦੀ ਹੈ ਉਹਨੇ ਕਿਹਾ ਠੀਕ ਹੈ, ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਹੈ, ਜੋ ਸਲਾਮ ਆਪਣੇ ਵੱਲੋਂ ਬੁਲਾਈ ਹੈ, ਠੀਕ ਆ, ਪਰ ਸ਼ਰ੍ਹਾ ਦੇ ਵਿਰੁੱਧ ਹੈ। ਸ਼ਰ੍ਹਾ ਦੇ ਵਿਰੁੱਧ ਗੱਲ ਕਹਿਣ ਦਾ ਹੀ ਆ, ਇਹਦੇ ਵਿੱਚ ਕਿਵੇਂ ਆ ਗਿਆ? ਮਨ ਚ ਸੋਚਦਾ ਹੈ। ਫਿਰ ਚੱਲ ਕੇ ਆਪਣੇ ਪੀਰ ਨੂੰ ਕਹਿੰਦਾ, ਦੱਸੀਏ ਕਿ ਅੱਜ ਇੱਕ ਬਹੁਤ ਦਲੇਰ ਦਰਵੇਸ਼ ਆਇਆ ਜਿਸ ਨੇ ਸਲਾਮ ਨੂੰ ਫਿਰ ਕੇ ਉਲਟਾ ਪੁਲਟਾ ਕਰ ਦਿੱਤਾ। ਕਹਿੰਦਾ ਚੱਲ ਜਾ ਕੇ ਦੱਸਦੇ ਆ। ਤੇ ਇਸ ਤਰ੍ਹਾਂ ਗਿਣਤੀਆਂ ਮਿੰਤੀਆਂ ਕਰਦਾ ਜਿਹੜਾ ਟਟੀਰੀ ਪੀਰ ਸੀ, ਇਹ ਆਪਣੇ ਪੀਰ ਦੇ ਕੋਲ ਆਇਆ ਡੇਰੇ ਤੇ ਉਹਦਾ ਪੀਰ ਸੀ ਸ਼ੇਖ ਸ਼ਫਰ। ਸ਼ੇਖ ਸ਼ਫਰ ਦੀ ਗੱਦੀ ਦਾ ਜਾਨਸੀਨ, ਜਿਸ ਨੂੰ ਵੀ ਸ਼ੇਖ ਸ਼ਫਰ ਆਮ ਲੋਕ ਸੱਦਿਆ ਕਰਦੇ ਸੀ। ਸ਼ੇਖ ਸ਼ਫਰ ਇਹਨਾਂ ਦਾ ਵੱਡਾ ਸੀ
ਉਹਦੀ ਗਾਂਹ ਗੱਦੀ ਤੇ ਬੈਠਾ ਸੀ ਤੇ ਇਹਦਾ ਨਾਮ ਹੀ ਲੋਕ ਸ਼ੇਖ ਸ਼ਫਰ ਹੀ ਸੱਦਦੇ ਸਨ, ਇਹਨੂੰ ਵੀ ਸ਼ੇਖ ਸ਼ਫਰ ਕਿਹਾ ਕਰਦੇ ਸੀ। ਸ਼ੇਖ ਸ਼ਫਰ ਦਾ ਅਸਲੀ ਨਾਮ ਜਿਹੜਾ ਸੀ ਉਹ ਸੀ ਅਬੂ ਅਲੀ ਕਲੰਦਰ। ਇਹਦਾ ਅਸਲੀ ਨਾਮ ਅਬੂ ਕਲੀ ਕਲੰਦਰ ਸੀ, ਜੋ ਈਰਾਨ ਤੋਂ ਇੱਥੇ ਆ ਕੇ ਵਸਿਆ ਸੀ ਪਟਨੇ ਦੇ ਵਿੱਚ। ਇਹਦੀ ਗੱਦੀ ਤੇ ਜੋ ਇਸ ਵੇਲੇ ਜਾਨਸ਼ੀਨ ਸੀ ਉਸਨੂੰ ਵੀ ਸ਼ੇਖ ਸ਼ਫਰ ਹੀ ਆਖਦੇ ਸੀ ਲੋਕ, ਇਸ ਕਰਕੇ ਇਹਨੂੰ ਸ਼ਫਰ ਹੀ ਕਹਿਣ ਲੱਗ ਪਏ। ਹੁਣ ਟਟੀਰੀ ਸ਼ੇਖ ਜਿਹੜਾ ਸੀ ਉਹਨੇ ਆ ਕੇ ਆਪਣੇ ਮੁਰਸ਼ਿਦ ਨੂੰ ਦੱਸਿਆ ਕਿ ਪੀਰ ਸਲਾਮਤ, ਅੱਜ ਇੱਕ ਦਰਵੇਸ਼ ਵੇਖਿਆ ਮੈਂ ਜਿਹਨੇ ਮੇਰੀ ਸਲਾਮ ਨੂੰ ਫੇਰ ਦਿੱਤਾ, ਮੇਰੀ ਸਲਾਮ ਦਾ ਉਲਟਾ ਜਵਾਬ ਦਿੱਤਾ। ਤੇ ਨਾਲ ਹੀ ਕਹਿੰਦਾ ਕਿ ਉਹਦੇ ਚਿਹਰੇ ਤੋਂ ਰੱਬੀ ਜਲਾਲ ਵੇਖ ਕੇ ਮੈਂ ਅਦਬ ਨਾਲ ਸਲਾਮ ਕੀਤੀ, ਪਰ ਕਹਿੰਦਾ ਉਹਨੇ ਮੈਨੂੰ ਮੋੜ ਦਿੱਤੀ ਸਲਾਮ, ਉਹਨੇ ਮੋੜ ਦਿੱਤੀ। ਪੀਰ ਨੇ ਪੁੱਛਿਆ ਕੀ ਆਖਿਆ ਸੀ ਉਹਨੇ, ਤੇ ਟਟੀਰੀ ਨੇ ਕਿਹਾ ਕਿ ਉਹਨੇ ਆਖਿਆ ਲੇਖ ਕੋ ਸਲਾਮ ਪੀਰ ਕੇ ਦਸਤ ਪੇਸ਼। ਇਹ ਸੁਣ ਕੇ ਪੀਰ ਜਿਹੜਾ ਕੰਬ ਗਿਆ, ਤਰਬਕ ਪਿਆ, ਆਖਣ ਲੱਗਾ ਬੱਚਾ ਜਿਸਨੇ ਅਲੇਖ ਨੂੰ ਸਲਾਮ ਕੀਤੀ ਉਹਨ ਸਲਾਮ ਨਹੀਂ ਮੋੜੀ, ਤੈਨੂੰ ਸਮੱਤ ਬਖਸ਼ੀ ਹੈ ਕਿ ਬੰਦੇ ਨੂੰ ਆਪਣੇ ਰੱਬ ਅੱਗੇ ਹਰ ਵੇਲੇ ਝੁਕੇ ਰਹਿਣਾ ਚਾਹੀਦਾ ਹੈ। ਕਹਿੰਦਾ ਨੇ ਤੇਰੀ ਸਲਾਮ ਦਾ ਗਲਤ ਜਵਾਬ ਨਹੀਂ ਦਿੱਤਾ, ਉਹਨੇ ਅਸਲੀ ਜਵਾਬ ਦਿੱਤਾ ਤੇਰੀ ਸਲਾਮ ਦਾ। ਪੁੱਤਰ ਤੈਨੂੰ ਭੁਲੇਖਾ ਪੈ ਗਿਆ, ਉਹਨੇ ਤੇਰੀ ਸਲਾਮ ਮੋੜੀ ਨਹੀਂ, ਉਹਨੇ ਤੈਨੂੰ ਸਮੱਤ ਦਿੱਤੀ ਹੈ, ਉਹਨੇ ਤੈਨੂੰ ਮੱਤ ਦਿੱਤੀ ਹੈ ਕਿ ਬੰਦਿਆ ਰੱਬ ਅੱਗੇ ਸਦਾ ਝੁਕਿਆ ਰਹਿ। ਉਹਨੇ ਇਹ ਕਿਹਾ ਬੱਚਾ ਇਹ ਕੋਈ ਵੱਡਾ ਬਜ਼ੁਰਗ ਹੈ, ਚੱਲ ਉਹਦੇ ਆਪਾਂ ਦੀਦਾਰ ਕਰੀਏ। ਇਹ ਕਹਿ ਕੇ ਪੀਰ ਜੀ ਤਿਆਰ ਹੋ ਗਏ ਤੇ ਨਾਲ ਹੀ ਤਾਰ ਪੀਰ ਨੂੰ ਲੈ ਕੇ ਉਹਦੇ ਟਿਕਾਣੇ ਤੇ ਆਏ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ ਤੇ ਮਰਦਾਨਾ ਜੀ ਬੈਠੇ ਸੀ, ਉੱਥੇ ਦੋਵੇਂ ਜਾਣੇ ਆ ਗਏ। ਪੀਰ ਨੇ ਆ ਕੇ ਸਲਾਮ ਕੀਤੀ ਤਾਂ ਗੁਰੂ ਬਾਬਾ ਜੀ ਨੇ ਫਿਰ ਉਸੇ ਤਰ੍ਹਾਂ ਜਵਾਬ ਦਿੱਤਾ ਗੁਰੂ ਨਾਨਕ ਸਾਹਿਬ ਨੇ। ਫਿਰ ਸਾਧ ਸੰਗਤ ਸ਼ੇਖ ਨੇ ਪੁੱਛਿਆ ਕਿੱਥੋਂ ਆਏ ਹੋ, ਤੇ ਆਪ ਜੀ ਨੇ ਸਤਿਗੁਰਾਂ ਨੇ ਜਵਾਬ ਦਿੱਤਾ ਕਿ ਇਹ ਇੱਥੋਂ ਆਏ ਹਾਂ। ਤਾਂ ਸ਼ੇਖ ਨੇ ਕਾਲੇ ਪੈ ਕੇ ਪੁੱਛਿਆ ਬਸ ਇੱਕ ਮੈਂ ਪਨਾ ਇਹ ਲਟਾ ਪਟਾ ਹੈ ਆਪਾ ਦਾ। ਤਾਂ ਬਾਬਾ ਜੀ ਨੇ ਜਵਾਬ ਦਿੱਤਾ ਮੈਂ ਪਨੇ ਦਾ ਮਾਨ ਸ਼ਮਨ ਹੋ ਚੁੱਕਾ ਹੈ। ਸਤਿਗੁਰਾਂ ਨੂੰ ਪਹਿਲਾਂ ਪੁੱਛਦਾ ਕਿ ਕਿੱਥੋਂ ਆਏ ਹੋ, ਗੁਰੂ ਨਾਨਕ ਸਾਹਿਬ ਦੱਸਦੇ ਆ ਕਿ ਅਸੀਂ ਇੱਥੋਂ ਫਲਾਨੀ ਫਲਾਨੀ ਜਗ੍ਹਾ ਤੋਂ ਆਏ ਹਾਂ। ਤੇ ਸ਼ੇਖ ਫਿਰ ਕਾਲਾ ਪੈ ਕੇ ਕਹਿੰਦਾ ਹੈ ਕਿ ਬਸ ਇੱਕ ਮੈਂ ਪਨਾ ਹੀ ਲਟਾ ਪਟਾ ਹੈ ਆਪ ਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਲਟਾ ਪਟਾ ਮੈਂ ਹੈ ਆਪ ਦਾ, ਤੇ ਗੁਰੂ ਸਾਹਿਬ ਜਦ ਮੈਂ ਪਨੇ ਦਾ ਮਾਨ ਸਨਮਾਨ ਸ਼ਮਨ ਹੋ ਚੁੱਕਾ ਹੈ। ਤੇ ਫਿਰ ਸ਼ਫਰ ਕਹਿੰਦਾ ਹੈ, ਸ਼ਫਰ ਨੇ ਕਿਹਾ ਕੋਈ ਸਵਾਲ ਕਰਾਂ ਤਾਂ ਜਵਾਬ ਦਿਓਗੇ, ਗੁਰੂ ਨਾਨਕ ਸਾਹਿਬ ਨੂੰ ਕਹਿੰਦਾ। ਤੇ ਗੁਰੂ ਸਾਹਿਬ ਬੋਲੇ ਜੀ ਸੱਦ ਕੇ ਫਕੀਰ ਜੀ ਪੁੱਛੋ। ਤੇ ਫਕੀਰ ਨੇ ਪੁੱਛਿਆ ਆਪ ਫਕੀਰੀ ਬਾਣੇ ਵਿੱਚ ਹੋ ਪਰ ਫਿਰ ਰੱਖੇ ਕੇਸ ਹਨ, ਕੇਸ ਸਿਰ ਤੇ ਕੇਸ, ਵੈਰਾਗ ਕੀਤਾ, ਘਰ ਬਾਰ ਛੱਡਿਆ ਤੇ ਮੂਡ ਨਾ ਮੁੰਡਾਇਆ, ਆਪ ਕੌਣ ਫਕੀਰ? ਕਹਿੰਦਾ ਤੁਸੀਂ ਫਕੀਰ ਲੱਗਦੇ ਹੋ ਪਰ ਨਾ ਤੁਸੀਂ ਆਪਣਾ ਮੂੰਹ ਸਿਰ ਮਨਾਇਆ ਤੇ ਕੇਸ ਰੱਖਿਆ, ਇਹ ਕੀ ਹਿਸਾਬ ਕਿਤਾਬ ਹੋਇਆ? ਤੁਸੀਂ ਕਿਹੜੇ ਫਕੀਰ ਹੋ? ਤੇ ਗੁਰੂ ਸਾਹਿਬ ਜੀ ਕਹਿੰਦੇ ਫਕੀਰੀ ਹੈ ਮਨ ਦੀ, ਫਕੀਰੀ ਹੈ ਮਨ ਦਾ ਮੰਨਣਾ, ਨਾ ਕਿ ਸਰੀਰ ਦਾ। ਭਾਈ ਮਨ ਦੇ ਮੁੰਨੇ ਬਿਨਾਂ ਫਕੀਰ ਦੀ ਜੁਗਤੀ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਕਹਿੰਦੇ ਸਿਰ ਮਨਾ ਲਿਆ ਮਨ ਮਨਾਇਆ ਨਹੀਂ ਤੇ ਫਿਰ ਕਾਹਦੀ ਫਕੀਰੀ ਹੋਈ? ਸਤਿਗੁਰੂ ਕਹਿੰਦੇ ਮਨ ਦੇ ਮੁੰਨੇ ਜਾਣ ਦੇ ਯੁਗ ਤੇ ਕਿ ਇਹਨੂੰ ਕੱਟ ਕੇ ਗੁਰੂ ਦੇ ਅੱਗੇ ਧਰ ਦੇਵੇ, ਅਰਥਾਤ ਆਪਣੀ ਮਨ ਦੀ ਮੱਤ ਨੂੰ ਸਾਰੀ ਤਿਆਗ ਦੇਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਮਨ ਦੀ ਮੱਤ ਨੂੰ ਤਿਆਗ ਦੇਵੇ ਤੇ ਗੁਰੂ ਦੀ ਮੱਤ ਨੂੰ ਆਪਣੀ ਬਣਾ ਲਵੇ। ਆਪਣੇ ਮਨ ਦੀ ਮੱਤ ਖੁਦੀ ਵੱਲ ਲੈ ਜਾਏਗੀ ਤੇ ਸ੍ਰਿਸ਼ਟੀ ਨਾਲ ਦਵੈਤ ਸਿਖਾਏਗੀ। ਇਸ ਕਰਕੇ ਜਗਤ ਵਿੱਚ ਵੈਰ ਵਿਰੋਧ ਤੇ ਦੁੱਖ ਹੈ। ਗੁਰੂ ਦੀ ਮੱਤ ਇਹਨੂੰ ਪਰਮੇਸ਼ਰ ਨੂੰ ਪਿਤਾ ਸਮਝਣਾ ਲਾ ਦੇਵੇਗੀ, ਸ੍ਰਿਸ਼ਟੀ ਨੂੰ ਆਪਣੇ ਵੀਰ ਭਰਾ ਸਮਝਣਾ ਸਿਖਾਏਗੀ। ਸੋ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਤੇ ਤੁਰਨ ਦਾ ਫਲ ਇਹ ਹੋਏਗਾ ਕਿ ਸਭ ਨੂੰ ਇਹ ਆਪਣਾ ਭਾਈ ਸਮਝੇਗਾ ਤੇ ਆਪ ਨੂੰ ਸਭ ਦੀ ਰੇਣ ਸਮਝੇਗਾ। ਇਹੋ ਪੁਰਖ ਬੈਰਾਗੀ ਹੁੰਦਾ ਹੈ ਤੇ ਇਹੋ ਗੁਰੂ ਦੇ ਵਚਨਾਂ ਦਾ ਪਰਖਣਹਾਰ ਹੁੰਦਾ ਹੈ। ਪੀਰ ਜੀ ਤੇ ਗੁਰੂ ਜੀ ਦੀ ਮੱਤ ਤੇ ਤੁਰ ਕੇ ਜਦ ਉਹ ਆਪ ਸੁਖੀ ਹੋ ਜਾਂਦਾ ਹੈ ਤਾਂ ਹੋਰਨਾਂ ਲਈ ਵੀ ਸੁਖਦਾਈ ਹੋ ਜਾਂਦਾ ਹੈ। ਉਸ ਦੀ ਪਰਖਣਾ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਮੱਤ ਸੱਚਮੁੱਚ ਉੱਚੀ ਸ਼ੈ ਹੈ। ਉਹਨੂੰ ਪਤਾ ਲੱਗ ਜਾਂਦਾ ਗੁਰੂ ਦੀ ਮੱਤ ਵਾਕਈ ਬੜੀ ਵੱਡੀ ਸ਼ੈ ਹੈ। ਫਿਰ ਗੁਰਮਤਿ ਪਰ ਤੁਰ ਕੇ ਪਰਖਣਾ ਨਾਲ ਨਿਸ਼ਚੇ ਕਰਕੇ
कि मैं ठीक राह तुर रहा हाँ, गुरमुख हो जाता है। पीर जी, फिर गुरमुख एक होंदा है जिहड़ा गुरु की मत ते तुरदा है, पर ऐसा गुरमुख मन नूं जित लैण वाला विरला ही हुंदा है। गुरमुख अपनी हों ते खुदगर्जी दे भरे मैं मेरी वाले वितकरे वाले रसां तो उच्चा उठ जाता है। पीर जी, ਉਹਦਾ जीवन उच्चा हो जाता ਜਿਹੜਾ गुरु के रस्ते ते चलदा है। फिर फकीर ने पुछया कि खफनी तुसाडी किस मजहब दी है, कि तुसीं ਜਿਹੜੇ ਕੱਪੜੇ ਪਾਏ ਕਿਹੜੇ ਮਜਹਬ ਦੇ ਹਨ। ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ, ਗੁਰੂ ਮਤ ਦਾ ਮਰੀਦ ਹੋਣਾ ਤੇ ਮਨ ਵਿੱਚ ਨਾਮ ਦਾ ਦ੍ਰਿੜ ਕਰਨਾ, ਇਹ ਹੈ ਫਕੀਰੀ ਦਾ ਅਸਲ ਭੇਖ। ਅਸਲੀ ਭੇਖ ਜਿਹੜਾ ਹੈ ਨਾ, ਇਹ ਹੈ ਕਿ ਗੁਰੂ ਦੀ ਮੱਤ ਤੇ ਚੱਲਣਾ ਤੇ ਮਨ ਦਾ ਨਾਮ, ਮਨ 'ਚ ਨਾਮ ਦ੍ਰਿੜ ਕਰਨਾ, ਇਹ ਅਸਲੀ ਫਕੀਰੀ ਹੈ, ਇਹ ਅਸਲੀ ਭੇਖ ਹੈ। ਸ਼ਬਦ ਦੇ ਅਭਿਆਸ ਨਾਲ ਸੰਕਲਪ ਵਿਕਲਪ ਦੇ ਸਦਾ ਚੱਲਦੇ ਦਰਿਆ ਨੂੰ ਬਰੇਤੇ ਹਾਰ ਨਿਰਸੰਕਲਪ ਕਰ ਲੈਣਾ, ਫਿਰ ਉਹਦੇ ਵਿੱਚ ਟਿਕ ਕੇ ਸਹਿਜ ਵਿੱਚ ਸੁਖੀ ਹੋ ਜਾਣਾ, ਹਰਕ ਸੋਗ ਨੂੰ ਖਾ ਜਾਣਾ ਤੇ ਕ੍ਰੋਧ ਆਦਿ ਦੁਸ਼ਟਾਂ ਨੂੰ ਜਿੱਤ ਲੈਣਾ। ਸਤਿਗੁਰ ਕਹਿੰਦੇ ਉਹ ਅੰਤਰਾਤਮੇ ਸੁੰਨ ਵਿੱਚ ਟਿਕ ਜਾਣਾ, ਇਹ ਹੈ ਕਫਣੀ ਦੀ ਜੁਗਤ, ਇਹ ਅਸਲੀ ਭੇਖ। ਸਤਿਗੁਰ ਕਹਿੰਦੇ ਇਹ ਕਫਣੀ ਪਹਿਨ ਕੇ ਵਾਸ਼ਨਾ ਤ੍ਰਿਸ਼ਨਾ ਦਾ ਕੁਟੰਬ ਤਿਆਗ ਦਿੱਤਾ ਹੈ ਤੇ ਮੈਂ ਸੁਖੀ ਹੋ ਗਿਆ। ਮਹਾਰਾਜ ਕਹਿੰਦੇ ਫਕੀਰ ਜੀ, ਮੈਂ ਇਹ ਕਫਨੀ ਪਹਿਨੀ ਹੋਈ ਆ, ਮੈਂ ਪਹਿਰਾਵਾ ਪਹਿਨਿਆ ਹੋਇਆ ਹੈ, ਹੁਣ ਮੈਂ ਗੁਰੂ ਦੀ ਮੱਤ ਦਾ ਪਹਿਰਾਵਾ ਪਹਿਨ ਲਿਆ, ਗੁਰੂ ਦੇ ਕਹੇ ਦੇ ਰਸਤੇ ਤੇ ਚੱਲਣਾ। ਜਦੋਂ ਮੈਂ ਇਹ ਭੇਖ ਧਾਰਨ ਕੀਤਾ ਤੇ ਸਤਿਗੁਰ ਕਹਿੰਦੇ ਮੈਂ ਸੁਖੀ ਹੋ ਗਿਆ। ਪੀਰ ਜੀ, ਮੈਂ ਹੁਣ ਸੁਖੀ ਹੋ ਗਿਆ ਹਾਂ। ਤੇ ਇਹ ਜਿਹੜੀ ਇਹ ਤਾਂ ਹੈ ਕਫਨੀ ਜੋ ਮੇਰੇ ਮਨ ਦੇ ਦੁਆਲੇ ਪਈ ਹੈ, ਇਹ ਕਫਨੀ ਹੈ ਅੰਦਰਲੇ ਨੂੰ ਸਾਧੂ ਬਣਾਉਣ ਵਾਲੀ, ਇਹ ਅੰਦਰਲੇ ਜੀਵਨ ਤੇ ਧਾਰਨ ਨੂੰ ਲਾਖਿਆ ਕਹਿਆ ਹੈ। ਇਹ ਪੈਣ ਕੇ ਮੈਂ ਖੁਸ਼ੀ ਤੇ ਸੁਖੀ ਹਾਂ, ਸਤਿਗੁਰਾਂ ਨੇ ਕਿਹਾ। ਤੇ ਫਿਰ ਫਕੀਰ ਨੇ ਪੁੱਛਿਆ ਕਿ ਕੁਪੀਨ ਤੁਸਾਂ ਦੀ ਕਿਸ ਮਜਹਬ ਦੀ ਲਖਾਇਕ ਹੈ। ਤੇ ਗੁਰੂ ਜੀ ਨੇ ਕਿਹਾ ਕਿ ਜੋ ਦਿਖਿਆ ਗੁਰੂ ਉਪਦੇਸ਼ ਤੋਂ ਮਿਲੇ ਉਹਨੂੰ ਸਹਿਜ ਭਾਵਨਾ ਪਕੜ ਲੈਣਾ, ਪੰਜ ਇੰਦਰੀਆਂ ਨੂੰ ਆਪਣੇ ਵੱਸ 'ਚ ਰੱਖਣਾ, ਦ੍ਰਿਸ਼ਟੀ ਨੂੰ ਬੰਨ੍ਹ ਕੇ ਦ੍ਰਿਸ਼ਟਮਾਨ ਪਦਾਰਥਾਂ ਦੇ ਮਗਰ ਮਨ ਨੂੰ ਭ੍ਰਮਣ ਕਰਨ ਤੋਂ ਰੋਕਣਾ, ਦਸਾਂ ਹੀ ਦੁਆਰਿਆਂ ਨੂੰ ਸੰਜਮ ਵਿੱਚ ਕਰ ਲੈਣਾ, 68 ਹੱਟਾਂ ਨੂੰ ਤਾੜ ਲੈਣਾ, ਇਹ ਹੈ ਅੰਤਰੀਵ ਦੀ ਲੰਗੋਟੀ। ਕਹਿੰਦੀ ਸਤਿਗੁਰਾਂ ਨੇ ਕਹਿੰਦਾ ਕਿਹੜੀ ਲੰਗੋਟੀ ਪੈਣੀ ਤੁਸੀਂ? ਕੁਪੀਨ ਹੁੰਦੀ ਲੰਗੋਟੀ, ਜਿਸ ਨੇ ਧਾਰ ਲਈ ਉਹਨੂੰ ਜਰਾ ਮਰਨ ਦੁੱਖ ਨਹੀਂ ਦਿੰਦਾ। ਇਹ ਲੰਗੋਟੀ ਪਹਿਨ ਕੇ ਉਹ ਜੱਤ ਸੱਤ ਰੱਖਣ ਨਾਲ ਜੋ ਤੇਜ ਵੱਜਦਾ ਹੈ ਉਹਦਾ ਸੁੱਖ ਮਾਨਣਾ ਹੈ। ਗੁਰੂ ਦੀ ਉੱਚੀ ਮੱਤ ਨਾਲ ਇਹ ਆਪਣੀ ਛੋਟੀ ਮੱਤ ਵਿਸ਼ਾਲ ਹੋ ਜਾਂਦੀ ਹੈ ਤੇ ਲੰਗੋਟੀ ਪਹਿਨੇ ਦਾ ਇਹ ਅਸਲੀ ਲੰਗੋਟੀ ਹੈ, ਮਹਾਰਾਜ ਨੇ ਕਿਹਾ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਗੁਰ ਸ਼ਬਦ ਦੇਖਿਆ ਮੈਂ ਸਹਿਜ ਗਹਿਨ, ਪੰਜ ਇੰਦਰੀ ਦਿਲ ਅਟਲ ਰਹਿਣ, ਪ੍ਰਾਤਨ ਜਨਮ ਸਾਖੀ ਦੇ ਬੋਲ। ਫਿਰ ਪੀਰ ਨੇ ਪੁੱਛਿਆ ਕਿ ਹੇ ਦਰਵੇਸ਼ ਜੀ, ਤੇਰੇ ਪੈਰਾਂ ਵਿੱਚ ਜੋ ਪਹਿਨਾਵਾ ਹੈ, ਭਾਵ ਜੋ ਨੰਗੇ ਪੈਰੀ ਹੋ, ਇਹ ਕਿਸ ਮਜਹਬ ਦਾ ਲਖਾਇਕ ਹੈ? ਤੇ ਗੁਰੂ ਸਾਹਿਬ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਅਗਿਆਨ ਹਨੇਰਾ, ਗਿਆਨ ਚਾਨਣ ਹੈ। ਸੋ ਫਕੀਰ ਦਿਨ ਰਾਤ ਹਿਰਦੇ ਵਿੱਚ ਟਿਕੇ ਰਹਿਣ ਵਾਲਾ ਪੂਰਨ ਗਿਆਨ ਪੈਦਾ ਕਰੇ। ਅੱਗ ਪਾਉਣ ਪਾਣੀ ਦੇ ਜੋਰਾਂ ਹੱਟ ਧਰਤੀ ਉੱਤੇ ਬ੍ਰਿਸ਼ ਵਾਂਗੂ ਉੱਗ ਕੇ ਖੜੇ ਰਹਿਣ। ਸਹਿਨ ਸਹਾਰਨਾ ਹੀ ਦੀ ਰੀਤ ਧਾਰਨ ਕਰੇ, ਕੋਈ ਕੱਟੇ ਕੋਈ ਪੱਟੇ ਬ੍ਰਿਸ਼ ਵਾਂਗੂ ਸਭ ਕੁਝ ਸਹਾਰੇ, ਪਰ ਰੋਸ ਨਾ ਕਰੇ। ਹਾਂ, ਰੁੱਖਾਂ ਵਾਲੀ ਚਿਰਾਨ ਧਾਰਨ ਕਰੇ, ਸਹੇ ਪਰ ਆਪ ਕਿਸੇ ਦਾ ਬੁਰਾ ਨਾ ਕਰੇ। ਸਤਿਗੁਰਾਂ ਨੇ ਕਿਹਾ ਦਰਿਆਓ ਦੇ ਪਾਣੀ ਦੀ ਰੀਤ ਧਾਰਨ ਕਰੇ, ਕੋਈ ਪਿਆਰ ਨਾਲ ਜਲ ਲਵੇ, ਕੋਈ ਦੁਖਿਆਰ ਨਾਲ ਉਹ ਨੇਕੀ ਹੀ ਕਰਦਾ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਦਹੀਂ ਵਾਂਗੂ ਰਿੜਕੇ ਜਾਣ ਵਾਲਾ ਜੀਵਨ ਧਾਰਨ ਕਰਕੇ ਫਿਰ ਉਪਰਾਮ ਹੋ ਰਵੇ ਤਾਂ ਸਹਿਜ ਵਿੱਚ ਉਸਦੇ ਪੈਰ ਟਿਕ ਜਾਣਗੇ, ਬ੍ਰਹਮ ਚ ਵਾਸਾ ਹੋ ਜਾਵੇਗਾ। ਜੋ ਬ੍ਰਹਮ ਨੂੰ ਜਾਣੇ ਬਿਨਾਂ ਜੁੱਤੀ ਦਾ ਤਿਆਗ ਕਰੇਗਾ, ਅਰਥਾਤ ਫਕੀਰ ਬਣੇਗਾ ਤੇ ਉਹਦੀ ਜੜ ਨਹੀਂ ਤੁਰੇਗੀ, ਸਤਿਗੁਰਾਂ ਨੇ ਕਿਹਾ। ਇਹ ਸੁਣ ਕੇ ਪੀਰ ਨੇ ਫੇਰ ਸਵਾਲ ਕੀਤਾ ਕਿ ਇਹ ਦਰਵੇਸ਼, ਇਹ ਦੱਸ ਕੇ ਉਸ ਦਰਵੇਸ਼ ਦਾ ਅਸਲ ਅਮਲ, ਰਹਿਣੀ, ਰਹਿਤ, ਭੇਸ ਵੇਸ ਕੀ ਹੋਵੇਗਾ ਜੋ ਸਫਲ ਦਿਲ ਦਰਵੇਸ਼ ਕਹਾਉਣ ਦੇ ਯੋਗ ਹੋਵੇ। ਮਹਾਰਾਜ ਕਹਿੰਦੇ ਅਸਲੀ, ਸਤਿਗੁਰਾਂ ਨੂੰ ਕਹਿੰਦਾ ਫਿਰ ਅਸਲੀ ਫਕੀਰ ਕਿਵੇਂ ਦਾ ਹੋਗਾ ਮਹਾਰਾਜ? ਜਿਹੜੀ ਕਰਨੀ ਤੁਸੀਂ ਦੱਸੀ ਹੋ, ਜੋ ਇਹ ਕਰਨੀ ਕਰੇਗਾ ਉਹ ਅਸਲੀ ਫਕੀਰ ਕਿਵੇਂ ਦਾ ਹੋਏਗਾ? ਤੇ ਸਤਿਗੁਰਾਂ ਨੇ ਫਿਰ ਜਵਾਬ ਦਿੱਤਾ ਕਿ ਭਾਈ, ਦਰਵੇਸ਼ੀ ਗਾਖੜੀ ਸ਼ੈ ਹੈ। ਸਤਿਗੁਰਾਂ ਨੇ ਕਿਹਾ ਪਹਿਰਾਵਿਆਂ ਤੇ ਵੇਸਾਂ ਵਿੱਚ ਨਹੀਂ ਧਰੀ ਪਈ,
ਜਿਉਂਦਾ ਜੀ ਮਰੇ। ਸੰਸਾਰ ਵਿੱਚ ਜੋ ਵੈਰ ਵਿਰੋਧ ਮੋਹ ਮਾਇਆ ਵਿੱਚ ਫਾਥਾ ਪਿਆ ਹੈ, ਇਹਦੇ ਚੋਂ ਨਿਕਲੇ ਤੇ ਅੰਦਰਲੇ ਵਿੱਚ ਜੀਉ ਪਵੇ। ਫਿਰ ਜੋ ਵਿਸ਼ੇ ਵਿਕਾਰਾਂ ਵਿੱਚ ਮਨ ਜਾਗ ਰਿਹਾ ਹੈ, ਇਸ ਨੂੰ ਸਵਾਦ ਵੇ। ਲੋਕ ਇਹਨੂੰ ਠੱਗਣ, ਮਾੜਾ ਮਾੜਾ ਸਲੂਕ ਕਰਨ, ਪਰ ਇਹ ਸਿਰੇ ਨਾ ਆਵੇ। ਜਾਣ ਬੁੱਝ ਕੇ ਆਪਣੇ ਆਪ ਨੂੰ ਪਿਆ ਠਗਾਵੇ। ਅੰਦਰੋਂ ਬਾਹਰੋਂ ਸਾਫ਼ ਹੋ ਕੇ ਪਰਮੇਸ਼ਰ ਨੂੰ ਮਿਲੇ। ਇਹ ਪਰਮੇਸ਼ਰ, ਐਸਾ ਕੋਈ ਦਿਲੋਂ ਤੇਰੀਆਂ ਦਹਲੀਜ਼ਾਂ ਨਾਲ ਚਿੰਬੜ ਰਿਹਾ ਦਰਵੇਸ਼ ਹੋਵੇ ਤਾਂ ਜਗਤ ਨੂੰ ਠਾਰੇ। ਹਾਂ, ਜਿਸ ਨੂੰ ਖੁਸ਼ੀ ਨਹੀਂ, ਗਮੀ ਨਹੀਂ, ਗੁੱਸਾ ਨਹੀਂ, ਤਮਕ ਨਹੀਂ, ਖੁਦੀ ਨਹੀਂ, ਹਿਰਸ ਨਹੀਂ। ਹਾਂ, ਜੋ ਲੋਹੇ ਤੇ ਮਿੱਟੀ ਨੂੰ ਇੱਕ ਤੁੱਲ ਜਾਣੇ। ਸਤਿਗੁਰਾਂ ਨੇ ਕਿਹਾ ਲੋਹੇ ਮਿੱਟੀ ਨੂੰ ਇੱਕ ਤੁੱਲ ਜਾਣੇ। ਫਿਰ ਹੱਕ ਨਿਹੱਕ, ਹਲਾਲ ਹਰਾਮ ਦੀ ਸੋਚ ਸਮਝ ਰੱਖੇ। ਕੀ ਉਹਦੇ ਵਾਸਤੇ ਹੱਕ ਹੈ, ਕੀ ਹਲਾਲ ਹੈ। ਇੱਕ ਆਪਣੇ ਪਰਮੇਸ਼ਰ ਦੀ ਕਾਣ ਰੱਖੇ, ਰਾਈ ਗੁਰੂ ਤੇ ਭਰੋਸਾ ਰੱਖੇ, ਹੋਰ ਕਿਸੇ ਦੀ ਕਾਣ ਹੇਠਾਂ ਨਾ ਰਹੇ। ਭਾਵ ਕਿਸੇ ਹੋਰ ਦਾ ਭਰੋਸਾ ਨਾ ਲਵੇ। ਦਿਲ ਜੁੜਿਆ ਹੋਸ, ਅੰਦਰ ਦਾ ਕਮਲ ਪ੍ਰਕਾਸ਼ ਹੋਵੇ। ਮਹਾਰਾਜ ਕਹਿੰਦੇ ਏਦਾਂ ਦਿਲ ਜੁੜਿਆ ਹੋਵੇ ਤੇ ਅੰਦਰ ਕਮਲ ਪ੍ਰਕਾਸ਼ ਹੋਵੇ, ਦਸਮ ਦੁਆਰ ਦੇ ਵਿੱਚ ਟਿਕਾਓ ਰੱਖਦਾ ਹੋਵੇ ਤੇ ਸਾਈਂ ਦੇ ਨਾਮ ਦਾ ਮਹਿਰਮ ਹੋਵੇ। ਐਸੇ ਸਾਧੂ ਦੀ ਮਹਿਮਾ ਕੋਈ ਨਹੀਂ ਲਿਖ ਸਕਿਆ ਤੇ ਨਾ ਹੀ ਕੋਈ ਲਿਖ ਸਕਦਾ ਹੈ। ਫਿਰ ਮਰਦਾਨਾ ਜੀ ਨੇ ਰਬਾਬ ਵਜਾਇਆ ਤੇ ਗੁਰੂ ਜੀ ਨੇ ਪਿਆਰਾ ਸ਼ਬਦ ਗਾਇਆ, ਹਮ ਜੇਲ ਜ਼ਮੀਨ ਦੁਨੀਆ ਪੀਰਾ ਮਸਾਈ ਘਰ ਆਇਆ। ਬੜੀ ਮਧੁਰ ਧੁਨੀ ਦੇ ਨਾਲ ਸਤਿਗੁਰਾਂ ਨੇ ਗਾਇਆ। ਇਲਾਹੀ ਨਾਦ ਸੁਣਦਿਆਂ ਫਕੀਰ ਕਿਸੇ ਅਕਹਿ ਰੰਗ ਚ ਡਿੱਗ ਗਿਆ। ਉੱਥੇ ਜਿੱਥੇ ਮਨ ਬੁੱਧੀ ਦੀ ਪਹੁੰਚ ਨਹੀਂ। ਹਾਂ, ਜੋ ਗੱਲ ਮਨ ਬੁੱਧੀ ਲੱਭਦੇ ਹਨ ਤੇ ਨਹੀਂ ਲੱਭ ਸਕਦੀ, ਕਿਉਂਕਿ ਮਨ ਬੁੱਧ ਦਾ ਉਹ ਸੰਦ ਹੈ ਜੋ ਕਿ ਇਸ ਜੀਵ ਨੂੰ ਜਗਤ ਵਿੱਚ ਜਿਉਂਦੇ ਰਹਿਣ ਤੇ ਪਲਦੇ ਰਹਿਣ ਲਈ ਸਹਾਇਕ ਹਨ। ਜਿੱਥੇ ਜਾ ਕੇ ਇਹਨਾਂ ਨੇ ਟਿਕ ਜਾਣਾ ਹੈ, ਹਾਂ, ਉਹ ਗੱਲ ਜੋ ਇਹਨਾਂ ਤੋਂ ਪਾਰ ਅਨੁਭਵ ਹੈ, ਜਿਸ ਦਾ ਅਨੁਭਵ ਹੋਇਆ ਆ। ਇਸ ਅਨੁਭਵੀ ਰੰਗ ਵਿੱਚ ਰਹਿ ਕੇ ਜਾਂ ਪੀਰ ਦੀ ਸੁਰਤ ਨੇ ਫਿਰ ਮਨ ਬੁੱਧੀ ਦੀ ਮੰਡਲ ਵਿੱਚ ਮੋੜਾ ਪਾਇਆ ਤਾਂ ਪੀਰ ਨੇ ਆਖਿਆ, ਵਾਹ ਖੁਦਾਏ ਦਿਆ ਸਹੀ ਕਰਨ ਵਾਲਿਆ, ਕਿਆ ਸਹੀ ਕੀਚੇ, ਉਨਕਾ ਦੀਦਾਰ ਹੀ ਬਹੁਤ ਹੈ। ਤਬ ਆਏ ਦਸਤ ਪੋਛੀ। ਆ ਕੇ ਉਹਨੇ ਦਸਤਪੋਸ਼ੀ ਕੀਤੀ। ਹਸਤਪੋਸ਼ੀ ਹੁੰਦਾ, ਹੱਥਾਂ ਨੂੰ ਚੁੰਮਿਆ ਸਤਿਗੁਰਾਂ ਨੂੰ ਤੇ ਪੈਰ ਚੁੰਮੇ, ਉਸ ਮੱਥਾ ਟੇਕਿਆ, ਪੈਰਾਂ ਨੂੰ ਚੁੰਮਿਆ। ਡੇਰੇ ਕੋ ਹੋਆ ਤਾਂ ਬਾਬਾ ਤੇ ਮਰਦਾਨਾ ਰਵਦੇ ਰਹੇ। ਫਿਰ ਆਪਣੇ ਡੇਰੇ ਨੂੰ ਵਾਪਸ ਚਲਾ ਗਿਆ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਫਿਰ ਅੱਗੇ ਨੂੰ ਚੱਲ ਪਏ ਹਨ। ਫਿਰ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਦਿੱਲੀ ਜਾਂਦੇ ਆ। ਉਹ ਦਿੱਲੀ ਦਾ ਹਾਲ ਆਪਾਂ ਕੱਲ ਨੂੰ ਵਿਚਾਰਾਂਗੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਇੱਥੇ ਸਮਾਪਤੀ ਹੈ। ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੁਣ ਪਾਣੀਪਤ ਤੋਂ ਚੱਲ ਕੇ ਦਿੱਲੀ ਜਾਣਗੇ। ਫਿਰ ਸਤਿਗੁਰੂ ਜੀ ਆਪਣੀ ਅਗਲੀ ਉਦਾਸੀ ਆਰੰਭ ਕਿਵੇਂ ਕਰਦੇ ਆ, ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।